8वां भाव दूसरा ही राजा और पन्ना है 558। कित्थों तक? हाँ जी, पहली आयत तो लैके 6 आयत तक। ठीक है। ਅਲੀਸ਼ਾ ਨਬੀ ਨੇ ਸ਼ੂਨਮ ਦੀ ਉਸ ਔਰਤ ਨੂੰ ਜਿਸ ਦੇ ਪੁੱਤਰ ਨੂੰ ਉਸਨੇ ਜਿੰਦਾ ਕੀਤਾ ਸੀ ਕਿਹਾ ਕਿ ਉਹ ਜਿੱਥੇ ਕਿਤੇ ਵੀ ਚਾਹੇ ਆਪਣੇ ਟੱਬਰ ਨੂੰ ਨਾਲ ਲੈ ਕੇ ਚਲੀ ਜਾਵੇ, ਕਿਉਂਕਿ ਪ੍ਰਭੂ 7 ਸਾਲਾਂ ਲਈ ਇਸ ਦੇਸ਼ ਵਿੱਚ ਅਕਾਲ ਪਾ ਰਿਹਾ ਹੈ। ਉਸ ਔਰਤ ਨੇ ਸਭ ਕੁਝ ਪਰਮੇਸ਼ਰ ਦੇ ਬੰਦੇ ਦੇ ਕਹੇ ਅਨੁਸਾਰ ਕੀਤਾ ਅਤੇ ਉਹ ਆਪਣੇ ਟੱਬਰ ਨੂੰ ਨਾਲ ਲੈ ਕੇ ਫਿਲਿਸਤ ਦੇਸ਼ ਵਿੱਚ ਚਲੀ ਗਈ ਅਤੇ ਉੱਥੇ 7 ਸਾਲਾਂ ਤੱਕ ਰਹੀ। 7 ਸਾਲਾਂ ਦੇ ਅੰਤ ਵਿੱਚ ਜਦੋਂ ਉਹ ਵਾਪਸ ਇਜ਼ਰਾਈਲ ਵਿੱਚ ਆਈ ਅਤੇ ਉਸਨੇ ਰਾਜਾ ਕੋਲ ਜਾ ਕੇ ਬੇਨਤੀ ਕੀਤੀ ਕਿ ਉਸਦਾ ਘਰ ਤੇ ਜ਼ਮੀਨ ਵਾਪਸ ਉਸਨੂੰ ਦਿੱਤੀ ਜਾਵੇ। ਜਦੋਂ ਉਹ ਰਾਜਾ ਕੋਲ ਪਹੁੰਚੀ ਤਾਂ ਉਸ ਵੇਲੇ ਰਾਜਾ ਅਲੀਸ਼ਾ ਦੇ ਸੇਵਕ ਨਾਲ ਗੱਲਾਂ ਕਰ ਰਿਹਾ ਸੀ ਅਤੇ ਉਸ ਤੋਂ ਅਲੀਸ਼ਾ ਦੇ ਕੀਤੇ ਅਦਭੁਤ ਕੰਮਾਂ ਬਾਰੇ ਪੁੱਛ ਰਿਹਾ ਸੀ। ਗਿਹਾਜੀ ਉਸ ਵੇਲੇ ਰਾਜਾ ਨੂੰ ਦੱਸ ਰਿਹਾ ਸੀ ਕਿ ਕਿਸ ਤਰ੍ਹਾਂ ਅਲੀਸ਼ਾ ਨੇ ਇੱਕ ਮੁਰਦੇ ਨੂੰ ਜ਼ਿੰਦਾ ਕੀਤਾ ਤਾਂ ਉਸ ਵੇਲੇ ਉਸ ਔਰਤ ਨੇ ਵੀ ਆਪਣੀ ਬੇਨਤੀ ਕੀਤੀ। ਤਦ ਗਿਹਾਜੀ ਨੇ ਰਾਜਾ ਨੂੰ ਕਿਹਾ, ਮਹਾਰਾਜ, ਇਹੀ ਔਰਤ ਹੈ ਅਤੇ ਇਹੀ ਉਸ ਦਾ ਪੁੱਤਰ ਹੈ ਜਿਸ ਨੂੰ ਅਲੀਸ਼ਾ ਨੇ ਜ਼ਿੰਦਾ ਕੀਤਾ ਸੀ। ਜਦੋਂ ਰਾਜਾ ਨੇ ਉਸ ਔਰਤ ਤੋਂ ਗੇਹਜੀ ਦੀ ਕਹਾਣੀ ਬਾਰੇ ਪੁੱਛਿਆ ਤਾਂ ਉਸ ਰਾਜਾ ਸਾਹਮਣੇ ਸਭ ਸਵੀਕਾਰ ਕੀਤਾ। ਤਦ ਰਾਜਾ ਨੇ ਆਪਣੇ ਇੱਕ ਅਧਿਕਾਰੀ ਨੂੰ ਸੱਦ ਕੇ ਆਗਿਆ ਦਿੱਤੀ ਕਿ ਇਸ ਔਰਤ ਦਾ ਘਰ ਤੇ ਜ਼ਮੀਨ ਉਸ ਨੂੰ ਵਾਪਸ ਕੀਤੇ ਜਾਣ। ਇਸ ਨੂੰ ਇਸ ਦੇ ਖੇਤ ਦੀ ਸਭ ਫਸਲ ਦਾ ਮੁੱਲ ਉਸ ਸਮੇਂ ਤੋਂ ਲੈ ਕੇ ਜਦੋਂ ਤੱਕ ਇੱਥੋਂ ਗਈ ਸੀ ਅੱਜ ਤੱਕ ਸਭ ਵਾਪਸ ਦਿੱਤਾ ਜਾਵੇ। ਆਮੀਨ। ਸੋ ਹੁਣ ਅਸੀਂ ਇੱਥੇ ਦੇਖਦੇ ਹਾਂ ਕਿ ਬੇਸਿਕਲੀ ਉਹਦਾ ਹਸਬੈਂਡ ਹੈ ਨਹੀਂ। ਅੱਗੇ ਉਹਦਾ ਹਸਬੈਂਡ ਸੀਗਾ, ਉਹਦੇ ਲਈ ਲਿਖਿਆ ਗਿਆ ਸੀ ਕਿ ਕਾਫੀ ਬੁੱਢਾ ਸੀ। ਸੋ ਇਹ ਜਿਸ ਵੇਲੇ ਅਕਾਲ ਪੈਣ ਵਾਲਾ ਸੀ ਤਾਂ ਅਲੀਸ਼ਾ ਦੇ ਕਹੇ ਤੇ ਆਪਣੇ ਟੱਬਰ ਨੂੰ ਲੈ ਕੇ ਚਲੀ ਗਈ। ਤੁਸੀਂ ਦੇਖੋ ਪ੍ਰਭੂ ਕਿਸ ਤਰੀਕੇ ਦੇ ਨਾਲ ਸਾਰੇ ਪ੍ਰਬੰਧ ਕਰਦਾ। ਪ੍ਰਭੂ ਕਿਸ ਤਰ੍ਹਾਂ ਡਿੱਗਿਆ ਹੋਇਆਂ ਨੂੰ ਵੀ ਸੰਭਾਲਦਾ। ਗਿਹਾਜ਼ੀ ਨੂੰ ਸਜ਼ਾ ਤਾਂ ਮਿਲੀ, ਜੋ ਉਸਨੇ ਕੀਤਾ ਸਜ਼ਾ ਮਿਲੀ, ਬਲਕਿ ਉਸਨੂੰ ਦੋਹਰੀ ਪਹਿਰੀ ਸਜ਼ਾ ਮਿਲੀ। बेचारा ਤਾਂ ਨਹੀਂ ਕਹਿਣਾ ਚਾਹੀਦਾ, ਚਾਰੇ ਤਾਂ ਉਹਦੇ ਕੋਲ ਬਥੇਰੇ ਸੀਗੇ, ਆਪਣੇ ਚਾਰੇ ਚਲਾਉਂਦਾ ਪਿਆ ਸੀ ਉਹ। ਔਰ ਉਹ ਉਥੋਂ ਅਲੀਸ਼ਾ ਦੀ ਨਜ਼ਰ ਦੇ ਵਿੱਚੋਂ ਡਿੱਗਾ ਔਰ ਉਸ ਤੋਂ ਬਾਅਦ ਅਸੀਂ ਵਚਨ 'ਚ ਦੇਖਦੇ ਪਏ ਹਾਂ ਕਿ ਉਸਨੂੰ ਉਹ ਬਿਮਾਰੀ ਲੱਗੀ ਜਿਹੜੀ ਨਾਮਾਨ ਨੂੰ ਸੀ। ਉਹਦੇ ਆਉਣ ਵਾਲੇ ਟੱਬਰ ਦੇ ਵਿੱਚ ਇਹ ਬਿਮਾਰੀ ਰਹਿਣੀ ਸੀ, ਕਿਸੇ ਨਾ ਕਿਸੇ ਨੂੰ ਹਰ ਵੇਲੇ ਰਹਿਣੀ ਸੀ। ਪਰ ਲੇਕਿਨ ਉਸਨੇ ਆਪਣੇ ਆਪ ਨੂੰ, ਇੱਥੇ ਇਹ ਲੱਗਦਾ ਪਿਆ ਕਿ ਗਿਹਾਜ਼ੀ ਨੇ ਆਪਣੀ ਗਲਤੀ ਸਵੀਕਾਰ ਕਰ ਲਈ ਔਰ ਉਹ ਅਲੀਸ਼ਾ ਦੇ ਲਈ ਗਲਤ ਨਹੀਂ ਬੋਲਦਾ ਪਿਆ। ਉਸਨੂੰ ਪਤਾ ਮੈਂ ਗਲਤ। ਔਰ ਇਸ ਕਰਕੇ ਜਿਸ ਵੇਲੇ ਇਹ ਔਰਤ ਉੱਥੇ ਪਹੁੰਚੀ, ਪ੍ਰਭੂ ਨੇ ਗਿਹਾਜ਼ੀ ਦੇ ਰਾਹੀਂ ਇਹਦਾ ਪ੍ਰਬੰਧ ਕੀਤਾ ਸੀ। ਇਹ ਹੈ ਪ੍ਰਭੂ ਦੇ ਮਹਾਨ ਕੰਮ। ਪ੍ਰਭੂ ਇਸ ਤਰੀਕੇ ਨਾਲ ਕੰਮ ਕਰਦਾ ਕਿ ਉਹਦਾ ਆਤਮਾ ਅਗਰ ਪ੍ਰਭੂ ਨੂੰ ਇਹ ਕਹਿ ਕੇ ਤੁਰੀਏ ਕਿ ਪ੍ਰਭੂ ਜੀ ਮੈਂ ਇਸ ਕੰਮ ਚੱਲਣਾ, ਤੂੰ ਮੇਰੀ ਰਾਹਦਾਰੀ ਕਰੀ, ਤੂੰ ਮੇਰੀ ਮਦਦ ਕਰ, ਉਸਨੇ ਮਦਦ ਕਰਨ ਦੇ ਲਈ ਕੋਈ ਨਾ ਕੋਈ ਖੜਾ ਕੀਤਾ। ਇਹ ਉਸਦੀ ਮਹਾਨਤਾ। ਸੋ ਉਹਦੀ ਮਦਦ ਦੇ ਲਈ ਉਸ ਗਿਹਾਜ਼ੀ ਨੂੰ ਖੜਾ ਕੀਤਾ ਆ, ਜਿਹੜਾ ਕਿ ਬੇਸਿਕਲੀ ਅਸੀਂ ਇਹ ਕਹੀਏ ਕਿ ਇਸ ਵੇਲੇ ਆਪਣੀ ਸ਼ਰਮਨਾਕ ਹਾਲਤ ਦੇ ਵਿੱਚ ਆ, ਲੇਕਿਨ ਉਸਨੇ ਸਵੀਕਾਰ ਕੀਤਾ ਹੈ ਕਿ ਮੈਂ ਗੁਨਾਹਗਾਰ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਤਿੰਨ ਚੀਜ਼ਾਂ ਦੇਖਦੇ ਪਏ ਹਾਂ ਨਾ, ਕਿ ਜਿਹੜੇ ਆਸ਼ੀਰਵਾਦ ਮਿਲੇ ਉਹ ਬਲੈਸਿੰਗਸ ਮਿਲੀਆਂ ਔਰ ਕਰਸਸ ਮਿਲੀਆਂ, ਉਹ ਵੀ ਪੂਰੀਆਂ ਹੁੰਦੀਆਂ ਪਈਆਂ। ਪ੍ਰਭੂ ਦਾ ਪਲਾਨ ਪੂਰਾ ਹੁੰਦਾ ਪਿਆ, ਜੋ ਪ੍ਰਭੂ ਦਾ ਪਲਾਨ ਆ ਉਹ ਵੀ ਪੂਰਾ ਹੁੰਦਾ ਪਿਆ। ਔਰ ਉਸ ਦੇ ਨਾਲ ਨਾਲ ਅਸੀਂ ਜਿਹੜੀ ਸਭ ਤੋਂ ਮੇਨ ਚੀਜ਼ ਇਹ ਦੇਖਦੇ ਪਏ ਹਾਂ ਕਿ ਜਿਹੜੀਆਂ ਬਦਸੀਸਾਂ ਪ੍ਰਭੂ ਦੇ ਬੰਦਿਆਂ ਨੇ ਦਿੱਤੀਆਂ ਆ ਉਹ ਪੂਰੀਆਂ ਹੁੰਦੀਆਂ ਪਈਆਂ, ਪਰ ਪ੍ਰਭੂ ਛੱਡਦਾ ਨਹੀਂ ਕਿਸੇ।
आखिरकार गेहाजी भी अब्राहम की संतान, याकूब की संतान। सो प्रभु ने उसने छड़ दिया, प्रभु ने उसने छड़ दिया। जो उसने किया तो की करने होंदे, छत तो छाल मारी ते लत्त टुट गई। ठीक, हुण वो तो ठीक होंदियां नूं हुण वक्त लगना, पर प्रभु ने उसनूं छड्डिया। तो प्रभु दा आत्मा उसदे नाल, वो राजा दे सामने, वो सारे उन्होंने दिशा के काम सुनाउंदा पिया। राजा उन्हीं देर च औरत पहुंची, एदियां गल्लां करदा पिया सी। और अजीब चीज ये है, अगर तुसी देखो, उस औरत नूं अपना घर भी वापस मिल गया। उस औरत नूं पिछले 7 साल की जिहड़ी फसल सीगी उसका मुल भी मिल गया, और उस औरत दे नूं एक तरह दी राजा तो प्रोटेक्शन मिल गई। असीं बहुत थोड़ा सोचते हैं, प्रभु बहुत कुछ देता है। बड़ा रहम करने वाला प्रभु, बड़ा दयालु, बड़ा कृपालु। बस यही चीज असीं वचन दे विच देखते हैं कि जिन्हां ने प्रभु का सहारा लिया वो सचमुच सहारा बन के आउंदा, सहारा बन के। और इस समय 7 साल तो बाद उस जमीन ते कब्जा होया। वही इंडिया वाला ही काम आ, जिद्दां इंडिया लोग जमीनां ते कब्जे कर लेते। कब्जा होया, कब्जा छड़ाता, जमीन मिल गई, बेटा नाल आ। सो असीं वो सारियां चीजां इत्थे देखते पए हां, प्रभु दी बरकत। अच्छा आओ अगे पढ़िए अलीशा और बनहद। ਅਲੀਸ਼ਾ ਉਸ ਸਮੇਂ ਦਮਸ਼ਕ ਵਿੱਚ ਆਇਆ ਜਦੋਂ ਅਰਾਮ ਦਾ ਰਾਜਾ ਬਨ-ਹਦਦ ਬਿਮਾਰ ਸੀ। ਰਾਜਾ ਬਨ-ਹਦਦ ਨੂੰ ਕਿਸੇ ਨੇ ਦੱਸਿਆ ਕਿ ਪਰਮੇਸ਼ਰ ਦਾ ਬੰਦਾ ਇੱਥੇ ਹੈ। ਤਦ ਬਨ-ਹਦਦ ਨੇ ਆਪਣੇ ਇੱਕ ਅਧਿਕਾਰੀ ਹਜ਼ਾਇਲ ਨੂੰ ਕਿਹਾ, ਤੂੰ ਆਪਣੇ ਨਾਲ ਸਗਾਤ ਲੈ ਕੇ ਪਰਮੇਸ਼ਰ ਦੇ ਬੰਦੇ ਕੋਲ ਜਾ ਅਤੇ ਉਸ ਤੋਂ ਪਤਾ ਕਰਕੇ ਕਿ ਮੈਂ ਚੰਗਾ ਹੋਵਾਂਗਾ ਜਾਂ ਨਹੀਂ। ਸੋ ਹਜ਼ਾਇਲ ਨੇ 40 ਊਠ ਹਰ ਤਰ੍ਹਾਂ ਦੇ ਦਮਸ਼ਕ ਦੇ ਚੰਗੇ ਪਦਾਰਥਾਂ ਨਾਲ ਲੱਦੇ ਅਤੇ ਉਹ ਅਲੀਸ਼ਾ ਨੂੰ ਮਿਲਣ ਗਿਆ। ਉਸਨੇ ਅਲੀਸ਼ਾ ਦੇ ਕੋਲ ਪਹੁੰਚ ਕੇ ਕਿਹਾ, ਤੇਰੇ ਦਾਸ ਰਾਜਾ ਬਨ-ਹਦਦ ਨੇ ਮੈਨੂੰ ਤੇਰੇ ਕੋਲ ਇਹ ਪੁੱਛਣ ਲਈ ਘੱਲਿਆ ਹੈ ਕਿ ਕੀ ਉਹ ਆਪਣੀ ਬਿਮਾਰੀ ਤੋਂ ਚੰਗਾ ਹੋਵੇਗਾ ਜਾਂ ਨਹੀਂ। ਅਲੀਸ਼ਾ ਨੇ ਉੱਤਰ ਦਿੱਤਾ, ਤੂੰ ਉਸਨੂੰ ਜਾ ਕੇ ਇਹ ਦੱਸ, ਪ੍ਰਭੂ ਨੇ ਮੇਰੇ ਉੱਤੇ ਪ੍ਰਗਟ ਕੀਤਾ ਹੈ ਕਿ ਉਹ ਚੰਗਾ ਹੋ ਜਾਵੇਗਾ, ਪਰ ਮਰ ਵੀ ਜ਼ਰੂਰ ਜਾਵੇਗਾ। ਤਦ ਅਲੀਸ਼ਾ ਨੇ ਹਜ਼ਾਇਲ ਵੱਲ ਬਹੁਤ ਧਿਆਨ ਨਾਲ ਦੇਖਿਆ ਕਿ ਉਹ ਸ਼ਰਮਿੰਦਾ ਹੋ ਗਿਆ। ਫਿਰ ਅਲੀਸ਼ਾ ਦੇ ਅਚਾਨਕ ਹੰਝੂ ਨਿਕਲ ਗਏ ਕਿ ਉਹ ਰੋਣ ਲੱਗ ਪਿਆ। ਹਜ਼ਾਇਲ ਨੇ ਅਲੀਸ਼ਾ ਤੋਂ ਪੁੱਛਿਆ, ਮੇਰਾ ਸਵਾਮੀ ਰੋ ਕਿਉਂ ਰਿਹਾ ਹੈ? ਅਲੀਸ਼ਾ ਨੇ ਉੱਤਰ ਦਿੱਤਾ, ਕਿਉਂਕਿ ਮੈਂ ਉਸ ਬੁਰਾਈ ਨੂੰ ਜਾਣਦਾ ਹਾਂ ਜੋ ਤੂੰ ਇਸਰਾਏਲੀ ਲੋਕਾਂ ਦੇ ਨਾਲ ਕਰੇਗਾ। ਤੂੰ ਉਹਨਾਂ ਦੇ ਕਿੱਲਿਆਂ ਨੂੰ ਅੱਗ ਨਾਲ ਭਸਮ ਕਰੇਗਾ, ਉਹਨਾਂ ਦੇ ਸੋਹਣੇ ਜਵਾਨਾਂ ਨੂੰ ਤਲਵਾਰ ਨਾਲ ਕਤਲ ਕਰ ਦੇਵੇਂਗਾ, ਉਹਨਾਂ ਦੇ ਬੱਚਿਆਂ ਨੂੰ ਪਟਕ-ਪਟਕ ਕੇ ਮਾਰੇਗਾ ਤੇ ਉਹਨਾਂ ਦੀਆਂ ਗਰਭਵਤੀ ਔਰਤਾਂ ਨੂੰ ਬੇਪਤ ਕਰੇਗਾ। ਹਜ਼ਾਇਲ ਨੇ ਉੱਤਰ ਦਿੱਤਾ, ਮੈਂ ਇੰਨਾ ਸ਼ਕਤੀਸ਼ਾਲੀ ਕਿਸ ਤਰ੍ਹਾਂ ਹੋ ਸਕਦਾ ਹਾਂ? ਮੈਂ ਆਖਿਰ ਕੌਣ ਹਾਂ? ਅਲੀਸ਼ਾ ਨੇ ਉੱਤਰ ਦਿੱਤਾ, ਪ੍ਰਭੂ ਨੇ ਮੇਰੇ ਉੱਤੇ ਪ੍ਰਗਟ ਕੀਤਾ ਹੈ ਕਿ ਤੂੰ ਆਰਾਮ ਦਾ ਰਾਜਾ ਬਣੇਗਾ। ਤਦ ਹਜ਼ਾਇਲ ਵਾਪਸ ਗਿਆ ਤੇ ਉਸਨੇ ਰਾਜਾ ਬਨ-ਹਦਦ ਨੇ ਉਸ ਤੋਂ ਪੁੱਛਿਆ, ਅਲੀਸ਼ਾ ਨੇ ਤੈਨੂੰ ਕੀ ਕਿਹਾ ਹੈ? ਹਜ਼ਾਇਲ ਨੇ ਉੱਤਰ ਦਿੱਤਾ, ਉਸਨੇ ਮੈਨੂੰ ਕਿਹਾ ਹੈ ਕਿ ਤੁਸੀਂ ਜ਼ਰੂਰ ਠੀਕ ਹੋ ਜਾਵੋਗੇ। ਪਰ ਅਗਲੇ ਦਿਨ ਹਜ਼ਾਇਲ ਨੇ ਇੱਕ ਗਿੱਲੀ ਚਾਦਰ ਰਾਜਾ ਉੱਤੇ ਪਾ ਦਿੱਤੀ ਅਤੇ ਉਹ ਮਰ ਗਿਆ। ਤਦ ਹਜ਼ਾਇਲ ਬਨ-ਹਦਦ ਦੀ ਥਾਂ ਆਰਾਮ ਦਾ ਰਾਜਾ ਬਣ ਗਿਆ। ਇੱਥੋਂ ਤੱਕ ਹੀ ਬਣਨ। ਸੋ ਅਸੀਂ ਵਚਨ ਦੇ ਵਿੱਚ ਦੇਖਦੇ ਪਏ ਆ ਕਿ ਉਧਰਲੇ ਪਾਸੇ ਜਿਹੜੀ ਲਾਈਨ ਚੱਲਦੀ ਪਈ ਆ, ਜਿੱਦਾਂ ਕਿ ਜਿਹੜਾ ਇਜ਼ਰਾਈਲ ਤੋਂ ਟੁੱਟ ਕੇ ਇਹ ਜਿਹੜਾ ਦੂਸਰੇ ਪਾਸੇ ਦੇ ਬਣੇ ਆ, ਅਸੀਂ ਉੱਥੇ ਇੱਕ ਚੀਜ਼ ਦੇਖਦੇ ਪਏ ਕਿ ਉੱਥੇ ਜਿੰਨੇ ਵੀ ਰਾਜੇ ਹਾਲੇ ਆਏ ਆ ਉਹ ਇੱਕ ਖਾਨਦਾਨ ਤੋਂ ਨਹੀਂ ਆਏ। ਇੱਕ ਜਾਂ ਦੋ ਉਹਦਾ ਪੁੱਤਰ ਬਣ ਗਿਆ, ਥੋੜੇ ਸਾਲ ਉਹਨੇ ਰਾਜ ਕੀਤਾ, ਫਿਰ ਉਹ ਵੀ ਮਾਰਿਆ ਗਿਆ। ਏਦਾਂ ਅਸੀਂ ਦੇਖਦੇ ਹਾਂ ਕਿ ਖਾਨਦਾਨਾਂ ਦੇ ਖਾਨਦਾਨ ਆ ਰਹੇ ਔਰ ਖਾਨਦਾਨਾਂ ਦੇ ਖਾਨਦਾਨ ਮਰ ਰਹੇ, ਔਰ ਵੱਖ-ਵੱਖ ਏਰੀਏ ਦੇ ਵਿੱਚੋਂ ਰਾਜੇ ਆ ਰਹੇ। ਪਰ ਅਸੀਂ ਦੂਸਰੇ ਪਾਸੇ ਜਿਸਲੇ ਅਸੀਂ ਜਾਂਦੇ ਹਾਂ,
Oh, interesting. ਸੋ ਜੂਡਾ ਦਾ ਜਿਹੜਾ ਇਲਾਕਾ ਇੰਨਾ ਜਿਹੜਾ ਇਲਾਕਾ ਆ ਆਹ ਜਿਹੜਾ ਇਲਾਕਾ ਆ ਇੱਥੇ ਇੱਥੇ ਦਾਊਦ ਦਾ ਜਿਹੜਾ ਪਰਿਵਾਰ ਆ ਉਸਦਾ ਰਾਜ ਔਰ ਚੱਲਿਆ ਆ ਰਿਹਾ। ਉੱਪਰਲੇ ਪਾਸਿਓਂ ਵੱਖਰੀਆਂ ਵੱਖਰੀਆਂ ਜਾਂ ਥਾਵਾਂ ਤੋਂ ਰਾਜੇ ਬਣਦੇ ਪਏ ਆ ਔਰ ਉਹ ਇਸੇ ਤਰ੍ਹਾਂ ਇੱਕ ਦੂਜੇ ਨੂੰ ਮਾਰ ਧਾੜ ਕੇ ਉਹ ਬਣਦੇ ਪਏ ਆ। ਸੋ ਬਾਏ ਦਾ ਵੇ ਇੱਥੇ ਮੈਂ ਤੁਹਾਨੂੰ ਦੱਸਣਾ ਕਿ ਸੁਨਮ ਦੀ ਜਿਹੜੀ ਉਹ ਔਰਤ ਸੀਗੀ ਜਿਸ ਵੇਲੇ ਉਸਨੂੰ ਦੱਸਿਆ ਗਿਆ ਕਿ ਕਾਲ ਪੈਣਾ ਤੇ ਆਹ ਫਿਲਿਸਤੀਆ ਦਾ ਇਲਾਕਾ ਹੈ। ਆਹ ਇਹ ਅੱਜ ਵੀ ਜਿਹੜਾ ਫਿਲਿਸਤੀਨ ਜਿਹੜੇ ਪੈਲਸਟਾਈਨ ਦੇ ਲੋਕ ਜਿਨ੍ਹਾਂ ਨੂੰ ਕਹਿੰਦੇ ਆ ਨਾ ਇਹ ਪਰ ਉਹ ਹੈ ਨਹੀਂ ਉਹ ਇੱਥੇ ਬਣਾ ਕੇ ਬੈਠੇ ਉਹ ਵੱਖਰਾ ਪੈਲਸਟਾਈਨ। ਸੋ ਇਹ ਅਸੀਂ ਬਚਨ ਚ ਦੇਖਦੇ ਪਏ ਹਾਂ। ਸੋ ਉੱਪਰਲੇ ਏਰੀਆ ਦੇ ਵਿੱਚ ਅਸੀਂ ਦੇਖਦੇ ਕਿ ਇੱਕ ਪਰਿਵਾਰ ਜਾਂਦਾ ਇੱਕ ਪਰਿਵਾਰ ਆਉਂਦਾ। ਸੋ ਲੇਕਿਨ ਉਸਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਕਿ ਤੂੰ ਕਰਨਾ ਕੀ ਆ। ਅਲੀਸ਼ਾ ਨੇ ਉਸਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਤੂੰ ਕਰਨਾ। ਸੋ ਨੇ ਸਭ ਤੋਂ ਪਹਿਲਾਂ ਜਿਹੜਾ ਕੰਮ ਕੀਤਾ ਸਭ ਤੋਂ ਪਹਿਲਾਂ ਜਿਹੜਾ ਉਹਨੇ ਕੰਮ ਕੀਤਾ ਜਾ ਕੇ ਰਾਜਾ ਨੂੰ ਮਾਰਿਆ ਬਨ-ਹਦਦ ਨੂੰ ਮਾਰਿਆ ਔਰ ਬਨ-ਹਦਦ ਨੂੰ ਮਾਰਨ ਤੋਂ ਬਾਅਦ ਉਹ ਖੁਦ ਰਾਜਾ ਬਣ ਗਿਆ। ਸੋ ਅਸੀਂ ਅਗਲਾ ਰਾਜਾ ਹੁਣ ਆਉਂਦਾ ਦੇਖਦੇ ਹਾਂ। ਆਓ ਅੱਗੇ ਵਧੀਏ। ਹੁਣ ਅਸੀਂ ਯਹੂਦਾ ਦੇ ਵਿੱਚ ਆ ਗਏ ਥੱਲੜੇ ਇਲਾਕੇ ਦੇ ਵਿੱਚ ਆ ਗਏ। ਹੁਣ ਅਸੀਂ ਉਹਨਾਂ ਦੇ ਰਾਜੇ ਦੇਖਾਂ। ਆਓ ਅਸੀਂ ਇਸ ਨੂੰ 24 ਤਾਈਂ ਪਹਿਲਾਂ ਇਸਰਾਇਲ ਦੇ ਰਾਜਾ ਆਹਾਬ ਦੇ ਪੁੱਤਰ ਜੋਰਾਮ ਦੇ 5ਵੇਂ ਸਾਲ ਰਾਜਾ ਯਹੋਸ਼ਾਫਾਟ ਦਾ ਪੁੱਤਰ ਯਹੋਰਾਮ ਯਹੂਦਾ ਉੱਤੇ ਰਾਜ ਕਰਨ ਲੱਗਾ। ਯਹੋਰਾਮ ਜਦੋਂ ਰਾਜਾ ਬਣਿਆ ਤਾਂ ਉਸਦੀ ਉਮਰ 32 ਸਾਲ ਦੀ ਸੀ ਅਤੇ ਉਸਨੇ 8 ਸਾਲ ਯਰੂਸ਼ਲਮ ਵਿੱਚ ਰਾਜ ਕੀਤਾ। ਉਸਦੀ ਪਤਨੀ ਆਹਾਬ ਦੀ ਪੁੱਤਰੀ ਸੀ ਅਤੇ ਇਸ ਕਾਰਨ ਉਸਨੇ ਇਸਰਾਇਲ ਦੇ ਰਾਜਿਆਂ ਵਾਂਗ ਹੀ ਬੁਰੇ ਕੰਮ ਕੀਤੇ। ਉਸਨੇ ਪ੍ਰਭੂ ਦੇ ਵਿਰੁੱਧ ਪਾਪ ਕੀਤਾ ਪਰ ਪ੍ਰਭੂ ਨੇ ਫਿਰ ਆਪਣੇ ਦਾਸ ਦਾਊਦ ਦੇ ਕਾਰਨ ਯਹੂਦਾ ਨੂੰ ਨਾਸ਼ ਨਾ ਕਰਨਾ ਚਾਹਿਆ ਕਿਉਂਕਿ ਉਸਨੇ ਦਾਊਦ ਨਾਲ ਪ੍ਰਤਿਗਿਆ ਕੀਤੀ ਸੀ ਕਿ ਉਸਦਾ ਵੰਸ਼ ਹਮੇਸ਼ਾ ਰਾਜ ਕਰੇਗਾ। ਰਾਜਾ ਯਹੋਰਾਮ ਦੇ ਰਾਜਕਾਲ ਵਿੱਚ ਅਦੋਮ ਨੇ ਯਹੂਦਾ ਦੀ ਅਧੀਨਤਾ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਉਹਨਾਂ ਨੇ ਆਪਣਾ ਇੱਕ ਰਾਜਾ ਬਣਾ ਲਿਆ। ਤਦ ਯਹੋਰਾਮ ਆਪਣੇ ਸਭ ਰੱਥਾਂ ਨਾਲ ਸਈਰ ਤੋਂ ਨੱਠ ਕੇ ਨਿਕਲਿਆ ਜਿੱਥੇ ਅਦੋਮੀ ਸੈਨਾ ਨੇ ਉਹਨਾਂ ਨੂੰ ਘੇਰ ਰੱਖਿਆ ਸੀ। ਰਾਤ ਦੇ ਵੇਲੇ ਉਸਨੇ ਆਪਣੇ ਰੱਥਾਂ ਦੇ ਸਰਦਾਰਾਂ ਨਾਲ ਅਦੋਮੀ ਸੈਨਾ ਨੂੰ ਪਾਰ ਕੀਤਾ ਅਤੇ ਉਹ ਬਚ ਗਏ ਅਤੇ ਫਿਰ ਉਸ ਦੀ ਸੈਨਾ ਦੇ ਲੋਕ ਆਪਣੇ ਘਰੀਂ ਚਲੇ ਗਏ। ਸੋ ਅਦੋਮ ਅੱਜ ਤੱਕ ਯਹੂਦਾ ਤੋਂ ਆਕੀ ਹੈ ਅਤੇ ਉਸੇ ਸਮੇਂ ਲਿਬਨਾ ਵੀ ਉਸ ਤੋਂ ਆਕੀ ਹੋ ਗਿਆ। ਯਹੋਰਾਮ ਦੇ ਬਾਕੀ ਦੇ ਸਭ ਕੀਤੇ ਕੰਮਾਂ ਦਾ ਲੇਖਾ ਯਹੂਦਾ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਹੈ। ਯਹੋਰਾਮ ਦੇ ਮਰਨ ਉੱਤੇ ਉਸਨੂੰ ਦਾਊਦ ਦੇ ਨਗਰ ਵਿੱਚ ਉਸਦੇ ਪੁਰਖਿਆਂ ਦੀ ਕਬਰ ਵਿੱਚ ਦਫਨਾ ਦਿੱਤਾ ਗਿਆ। ਉਸ ਦੀ ਥਾਂ ਉਸਦਾ ਪੁੱਤਰ ਅਹਜਿਆ ਯਹੂਦਾ ਦਾ ਰਾਜਾ ਬਣਿਆ। ਯਹੂਦਾ ਦਾ ਰਾਜਾ ਬਣਿਆ। ਸੋ ਅਸੀਂ ਇੱਥੇ ਕੀ ਦੇਖਦੇ ਪਏ ਹਾਂ ਕਿ ਜਿਸ ਲਈ ਅਸੀਂ ਆਪਣੇ ਮੈਪ ਦੇ ਵਿੱਚ ਜਾਂਦੇ ਹਾਂ ਤਾਂ ਜਿਹੜੇ ਈਡੋਮਾਈਟਸ ਸੀਗੇ ਉਹ ਇਸ ਇਲਾਕੇ ਦੇ ਵਿੱਚ ਰਹਿੰਦੇ ਸੀ। ਇਹ ਸਾਰੇ ਵਿੱਚੋਂ ਵਿੱਚੀ ਸਭ ਇਹ ਭਰਾ ਭਤੀਜੇ ਆ। ਇਹ ਜਿੰਨਾ ਵੀ ਹੈਗੇ ਆ ਜਿਹੜੀ ਧਰਤੀ ਹੈ ਮੁਆਬ ਦੀ ਤੇ ਅਮੋਨ ਦੀ ਇਹ ਲੂਤ ਦੇ ਪੁੱਤਰਾਂ ਤੋਂ ਚੱਲੀ ਹੈ। ਆਹ ਧਰਤੀ ਹੈਗੀ ਅਦੋਮ ਦੀ। ਇਹ ਯਕੂਬ ਤੇ ਉਸਦਾ ਭਰਾ ਈਸੋ ਜਿਹੜਾ ਸੀਗਾ ਉਹਦਾ ਖਾਨਦਾਨ। ਸੋ ਇਹ ਦੋਨੋਂ ਇਹ ਅਬਰਾਹਮ ਦੇ ਪੋਤਾ ਆ ਅਬਰਾਹਮ ਦੇ ਭਤੀਜੇ ਦੀ ਸੰਤਾਨ। ਸੋ ਵਿੱਚੋਂ ਵਿੱਚ ਇਹ ਸਾਰੇ ਇੱਕ ਔਰ ਅਦੋਮ ਨੇ ਇਧਰਲੇ ਪਾਸਿਓਂ ਹਮਲਾ ਕੀਤਾ ਔਰ ਇਸ ਇਲਾਕੇ ਨੂੰ ਉਹਨਾਂ ਨੇ ਜਿੱਤਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਜਿੱਤ ਨਹੀਂ ਸਕੇ ਔਰ ਵਾਪਸ ਉਹ ਆਪਣੇ ਘਰਾਂ ਨੂੰ ਚਲੇ ਗਏ ਇਸ ਨੂੰ ਛੱਡ ਕੇ ਕਿਉਂਕਿ ਹਰੇਕ ਕੋਈ ਫਾਇਦਾ ਉਠਾਉਂਦਾ ਪਿਆ ਕਿਹੜੀ ਚੀਜ਼ ਦਾ? ਇੱਕੋ ਚੀਜ਼ ਦਾ ਕਿ ਇਸ ਵੇਲੇ ਇਹ ਸਾਰੇ ਟੁੱਟ ਗਏ ਆ, ਇੱਕ ਦੂਜੇ ਤੋਂ ਟੁੱਟ ਗਏ, ਆਪਣੇ ਵਿੱਚ ਹੀ ਮਾਰ ਧਾੜ ਹੋ ਰਹੀ ਆ। ਹੁਣ ਆਪੋ ਵਿੱਚ ਹੀ ਇਹਨਾਂ ਦੀਆਂ ਮਾਰ ਕੇ ਇੱਕ ਮਾਰ ਕੇ ਦੂਜਾ ਰਾਜਾ, ਦੂਜੇ ਨੂੰ ਮਾਰ ਕੇ ਤੀਜਾ ਰਾਜਾ ਬਣਦਾ ਪਿਆ।
ਸੋ ਇਹ ਮਾਰ ਧਾੜ ਇਹਨਾਂ ਦੇ ਵਿੱਚ ਚੱਲਦੀ ਪਈ ਔਰ ਸਾਰੇ ਇਸ ਦਾ ਫਾਇਦਾ ਉਠਾਉਣ, ਸਾਰੇ ਇਸ ਦਾ ਫਾਇਦਾ। ਸੋ ਆਓ ਅਸੀਂ ਅੱਗੇ ਦੇਖੀਏ। ਹੁਣ ਇਜ਼ਰਾइल ਦਾ ਜਿਹੜਾ ਰਾਜਾ ਉਸ ਦਾ ਪੁੱਤਰ ਬਣਿਆ। ਸੋ 25 ਤੋਂ ਲੈ ਕੇ 29 ਤੱਕ। ਇਸਰਾਇਲ ਦੇ ਰਾਜਾ ਆਹਾਬ ਦੇ ਪੁੱਤਰ ਜੋਰਾਮ ਦੇ ਰਾਜਕਾਲ ਦੇ 12ਵੇਂ ਸਾਲ ਵਿੱਚ ਹੋਰਾਮ ਦਾ ਪੁੱਤਰ ਅਹਜਿਆ ਯਹੂਦਾ ਉੱਤੇ ਰਾਜ ਕਰਨ ਲੱਗਾ। ਅਹਜਿਆ ਜਦੋਂ ਰਾਜ ਕਰਨ ਲੱਗਾ ਤਾਂ ਉਸ ਦੀ ਉਮਰ 22 ਸਾਲ ਦੀ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ 1 ਸਾਲ ਰਾਜ ਕੀਤਾ। ਉਸ ਦੀ ਮਾਂ ਦਾ ਨਾਂ ਅਥਲਿਆ ਸੀ, ਜੋ ਇਸਰਾਇਲ ਦੇ ਰਾਜਾ ਆਹਾਬ ਦੀ ਪੁੱਤਰੀ ਅਤੇ ਆਮਰੀ ਦੀ ਪੋਤੀ ਸੀ। ਇਸ ਤਰ੍ਹਾਂ ਅਹਜਿਆ ਆਹਾਬ ਦੇ ਟੱਬਰ ਦੇ ਬੁਰੇ ਰਾਹਾਂ ਉੱਤੇ ਚੱਲਿਆ ਅਤੇ ਉਸਨੇ ਪ੍ਰਭੂ ਦੇ ਵਿਰੁੱਧ ਪਾਪ ਕੀਤਾ। ਯਹੂਦਾ ਦਾ ਰਾਜਾ ਅਹਜਿਆ ਇਸਰਾਇਲ ਦੇ ਰਾਜਾ ਜੋਰਾਮ ਨਾਲ ਅਰਾਮ ਦੇ ਰਾਜਾ ਹਜ਼ਾਏਲ ਵਿਰੁੱਧ ਲੜਨ ਲਈ ਗਿਆ। ਦੋਹਾਂ ਪਾਸਿਆਂ ਦੀ ਸੈਨਾਵਾਂ ਵਿਚਕਾਰ ਗਿਲਿਆਦ ਦੇ ਇਲਾਕੇ ਵਿੱਚ ਰਾਮੋਤ ਦੀ ਥਾਂ ਉੱਤੇ ਯੁੱਧ ਹੋਇਆ ਅਤੇ ਰਾਜਾ ਜੋਰਾਮ ਉੱਥੇ ਜ਼ਖਮੀ ਹੋ ਗਿਆ। ਸੋ ਰਾਜਾ ਜੋਰਾਮ ਯਿਜ਼ਰੇਲ ਵਿੱਚ ਆਪਣੇ ਜ਼ਖਮਾਂ ਦੇ ਦਵਾ ਦਾਰੂ ਲਈ ਵਾਪਸ ਆ ਗਿਆ ਤੇ ਯਹੂਦਾ ਦਾ ਰਾਜਾ ਅਹਜਿਆ ਉਸਨੂੰ ਉੱਥੇ ਮਿਲਣ ਗਿਆ। ਆਮੀਨ। ਸੋ ਅਸੀਂ ਉਹੀ ਚੀਜ਼ਾਂ ਬਾਰ-ਬਾਰ ਦੇਖਦੇ ਹਾਂ ਕਿ ਹੁਣ ਦੋਨਾਂ ਦੀ ਆਪਸ ਦੇ ਵਿੱਚ ਦੋਨਾਂ ਰਾਜਿਆਂ ਦੀਆਂ ਪੁੱਤਰ ਧੀਆਂ ਦੇ ਵਿਆਹ ਹੋਣ ਲੱਗ ਪਏ। ਉਧਰੋਂ ਇਜ਼ਰਾइल ਦੇ ਤੇ ਇਧਰਲੇ ਪਾਸਿਓਂ ਯਹੂਦਾ ਦੇ। ਸੋ ਉਹ ਉਧਰਲੇ ਪਾਸੇ ਦਾ ਜਿਹੜੀ ਬੁੱਤ ਪ੍ਰਸਤੀ ਸੀ, ਜਿਹੜੀ ਗੰਦਗੀ ਸੀ, ਉਧਰਲੇ ਪਾਸੇ ਦੀ ਇੱਧਰ ਨੂੰ ਵੀ ਆਉਣੀ ਸ਼ੁਰੂ, ਔਰ ਇਧਰਲੇ ਪਾਸੇ ਵੀ ਉਸੇ ਹੀ ਤਰ੍ਹਾਂ ਦੇ ਪਾਪ ਹੋਣੇ ਸ਼ੁਰੂ ਹੋ ਗਏ ਜੋ ਉਧਰਲੇ ਪਾਸੇ ਹੁੰਦੇ ਪਏ ਸੀ। ਲੇਕਿਨ ਪ੍ਰਭੂ ਹਾਲੇ ਜਰਦਾ ਪਿਆ ਇਹਨਾਂ, ਹਾਲੇ ਜਰਦਾ ਪਿਆ। ਔਰ ਅਸੀਂ ਦੇਖਦੇ ਪਏ ਹਾਂ ਕਿ ਯਹੂਦਾ ਦਾ ਰਾਜਾ ਅਜਿਹਾ ਇਜ਼ਰਾइल ਦੇ ਯੋਰਾਮ ਅਤੇ ਆਰਾਮ ਦੇ ਨਾਲ ਰਾਜਾ ਹਜੇਲ ਦੇ ਵਿਰੁੱਧ ਲੜਨ ਗਿਆ। ਸੋ ਹੁਣ ਜਿਹੜਾ ਦੂਸਰਾ ਉਹ ਸੀਨ ਬਣਦਾ ਪਿਆ। ਸਾਨੂੰ ਅਸੀਂ ਪੜ੍ਹ ਕੇ ਹਟਿਆ ਨਾ ਕਿ ਹੁਣੇ ਜਿਹੜਾ ਉੱਥੇ ਦਾ ਰਾਜਾ ਸੀਗਾ ਦਮਿਸ਼ਕ ਦਾ ਰਾਜਾ, ਜਿਹੜਾ ਆਰਾਮ ਦੇ ਵਿੱਚ ਸੀ ਬਨ ਹਦਦ, ਉਹਦੀ ਥਾਂ ਤੇ ਹਜੇਲ ਜਿਹੜਾ ਆਇਆ ਸੀਗਾ ਪ੍ਰਭੂ ਦੇ ਬੰਦੇ ਦੇ ਕੋਲ, ਉਸਨੂੰ ਦੱਸਿਆ ਗਿਆ ਸੀ ਕਿ ਮੈਂ ਦੇਖਦਾ ਪਿਆ ਆ ਕਿ ਤੂੰ ਕਿਸ ਤਰ੍ਹਾਂ ਇਜ਼ਰਾइल ਦੇ ਵਿੱਚ ਉਹਨੇ ਧੀਆਂ ਨੂੰ ਮਾਰੇਗਾ, ਉਹਨਾਂ ਦੀ ਧੀਆਂ ਨੂੰ ਬੇਪਤ ਕਰੇਗਾ, ਕਿਸ ਤਰ੍ਹਾਂ ਤੂੰ ਉਹਨਾਂ ਦੇ ਕਿਲਿਆਂ ਨੂੰ ਅੱਗ ਲਾਏਗਾ, ਕਿਸ ਤਰ੍ਹਾਂ ਤੂੰ ਉਹਨਾਂ ਦੀਆਂ ਜਿਹੜੀਆਂ ਗਰਭਵਤੀ ਮਾਵਾਂ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਪੇਟ ਦੇ ਵਿੱਚੋਂ ਕੱਢ ਕੇ ਮਾਰੇਗਾ। ਮੈਂ ਸਭ ਦੇਖਦਾ ਪਿਆ, ਤੂੰ ਇਹ ਸਾਰੇ ਕੰਮ ਕਰੇਗਾ। ਕਿਉਂ ਕਰੇਗਾ, ਕਿਸ ਤਰ੍ਹਾਂ ਉਹ ਪੂਰਾ ਹੋਏਗਾ? ਭਵਿੱਖਬਾਣੀ ਹੈ ਨਾ, ਉਹ ਭਵਿੱਖਬਾਣੀ ਕਿਸ ਤਰ੍ਹਾਂ ਪੂਰੀ ਹੋਏਗੀ, ਉਹਦੇ ਲਈ ਇਸਨੇ ਆਪਣੀ ਜਗ੍ਹਾ ਯਹੂਦਾ ਨੇ, ਕਿਉਂਕਿ ਉਧਰਲੀਆਂ ਧੀਆਂ ਜੋ ਇੱਧਰ ਹੁਣ ਵਿਆਹ ਹੋਈਆਂ, ਸੋ ਉਹਦੀ ਮਦਦ ਕੀਤੀ ਹੈ, ਉਹਦੀ ਮਦਦ ਕੀਤੀ ਹੈ। ਹਜੇਲ ਦੇ ਉੱਤੇ ਹਮਲਾ ਕੀਤਾ, ਆਰਾਮ ਦੇ ਉੱਤੇ ਹਮਲਾ ਕੀਤਾ। ਔਰ ਅਸੀਂ ਜੇ ਇਸ ਨੂੰ ਦੇਖੀਏ, ਆ ਜਿਹੜਾ ਇਲਾਕਾ ਹੈ ਇਹ ਉਹਨਾਂ ਦਾ ਇਲਾਕਾ ਹੈ ਜਿੱਥੇ ਉਹਨਾਂ ਨੇ ਹਮਲਾ ਕੀਤਾ ਹੈ। ਸੋ ਥੱਲਿਓਂ ਯਹੂਦਾ ਦੀ ਸੈਨਾ ਗਈ ਹੈ, ਉੱਪਰੋਂ ਨਾਲ ਹੀ ਆਈ ਹੈਗੀ ਸਾਰੀ ਇਜ਼ਰਾइल ਦੀ ਸੈਨਾ ਤੇ ਉਹਨਾਂ ਦੇ ਉੱਤੇ ਹਮਲਾ ਕੀਤਾ। ਔਰ ਉਸ ਦੇ ਵਿੱਚ ਜਿਹੜਾ ਇਜ਼ਰਾइल ਦਾ ਰਾਜਾ ਉਹ ਜ਼ਖਮੀ ਹੋ ਗਿਆ। ਸੋ ਹੁਣ ਉਹ ਉਸਨੂੰ ਦੇਖਣ ਗਿਆ, ਉਸਨੂੰ ਮਿਲਣ ਦੇ ਲਈ ਗਿਆ। ਸੋ ਅਸਾਰ ਉਹਨੇ ਬਣਾ ਲਿਆ। ਹੁਣ ਹਜੇਲ ਨੇ ਛੱਡਣਾ, ਹੁਣ ਨਹੀਂ ਛੱਡਣਾ। ਸੋ ਇਹ ਚੀਜ਼ਾਂ ਅਸੀਂ ਦੇਖਦੇ ਪਏ, ਦੋਨਾਂ ਦਾ ਹੁਣ ਉਹ ਵੈਰੀ ਹੋ ਗਿਆ। ਠੀਕ। ਸੋ ਆਓ ਅਸੀਂ ਅੱਗੇ ਯਹੂਦਾ ਰਾਜਾ ਬਣਨਾ, ਇਜ਼ਰਾइल ਦਾ ਰਾਜਾ ਬਣਨਾ। ਯਹੂਦਾ ਇਜ਼ਰਾइल ਦਾ ਰਾਜਾ ਬਣ। ਅਲੀਸ਼ਾ ਨੇ ਨਵੀਆਂ ਵਿੱਚੋਂ ਇੱਕ ਜਵਾਨ ਨਵੀ ਨੂੰ ਸੱਦ ਕੇ ਕਿਹਾ, ਤੂੰ ਤਿਆਰ ਹੋ ਅਤੇ ਇੱਕ ਤੇਲ ਦੀ ਕੁੱਪੀ ਲੈ ਕੇ ਗਲਿਆਦ ਇਲਾਕੇ ਦੇ ਰਮੋਥ ਨਗਰ ਨੂੰ ਜਾ। ਉੱਥੇ ਪਹੁੰਚ ਕੇ ਨਿਮਸ਼ੀ ਦੇ ਪੋਤਰੇ ਤੇ ਯਹੋਸ਼ਾਫਾਟ ਦੇ ਪੁੱਤਰ ਯੇਹੂ ਨੂੰ ਲੱਭੀ।
ਤੂੰ ਜੇਹੂ ਨੂੰ ਉਸਦੇ ਸਾਥੀਆਂ ਨਾਲੋਂ ਵੱਖ ਕਰਕੇ ਅੰਦਰ ਲੈ ਜਾਵੀਂ, ਤਾਂ ਤੂੰ ਉਸਦੇ ਸਿਰ ਉੱਤੇ ਜੈਤੂਨ ਦੇ ਤੇਲ ਦੀ ਕੁੱਪੀ ਡੋਲੀ ਅਤੇ ਕਹੀ, ਪ੍ਰਭੂ ਕਹਿੰਦਾ ਹੈ ਕਿ ਮੈਂ ਤੇਰਾ ਇਜ਼ਰਾਈਲ ਦਾ ਰਾਜਾ ਹੋਣ ਲਈ ਅਭਿਸ਼ੇਕ ਕਰਦਾ ਹਾਂ। ਫਿਰ ਤੂੰ ਉੱਥੋਂ ਤੁਰੰਤ ਆ ਜਾਵੀਂ ਅਤੇ ਉੱਥੇ ਬਿਲਕੁਲ ਨਾ ਠਹਿਰੀ। ਸੋ ਜਵਾਨ ਨਵੀ ਅਲੀਸ਼ਾ ਦੇ ਕਹੇ ਅਨੁਸਾਰ ਗਲਿਆਦ ਇਲਾਕੇ ਦੇ ਨਗਰ ਰਮੋਤ ਨੂੰ ਗਿਆ। ਉੱਥੇ ਉਸਨੂੰ ਸਭ ਇਜ਼ਰਾਈਲੀ ਸੈਨਾ ਦੇ ਅਫਸਰ ਇੱਕ ਥਾਂ ਇਕੱਠੇ ਬੈਠੇ ਮਿਲ ਗਏ। ਤਾਂ ਉਸਨੇ ਕਿਹਾ, ਇਹ ਅਫਸਰ, ਮੇਰੇ ਕੋਲ ਤੇਰੇ ਲਈ ਸੰਦੇਸ਼ ਹੈ। ਜੇਹੂ ਨੇ ਪੁੱਛਿਆ, ਤੂੰ ਸਾਡੇ ਵਿੱਚੋਂ ਕਿਸ ਨਾਲ ਗੱਲ ਕਰਨੀ ਚਾਹੁੰਦਾ ਹੈ? ਨਵੀ ਨੇ ਉੱਤਰ ਦਿੱਤਾ, ਸ਼੍ਰੀਮਾਨ ਜੀ, ਤੁਹਾਡੇ ਨਾਲ। ਤਾਂ ਉਹ ਦੋਵੇਂ ਅੰਦਰ ਚਲੇ ਗਏ ਤੇ ਉਸ ਦੀਵਾਨ ਨਵੀ ਨੇ ਜੇਹੂ ਦੇ ਸਿਰ ਉੱਤੇ ਤੇਲ ਡੋਲ ਦਿੱਤਾ ਤੇ ਉਸਨੂੰ ਕਿਹਾ, ਇਜ਼ਰਾਈਲ ਦਾ ਪ੍ਰਭੂ ਪਰਮੇਸ਼ਰ ਕਹਿੰਦਾ ਹੈ, ਮੈਂ ਤੇਰਾ ਇਜ਼ਰਾਈਲ ਦਾ ਰਾਜਾ ਹੋਣ ਦੇ ਲਈ ਅਭਿਸ਼ੇਕ ਕਰਦਾ ਹਾਂ। ਤੂੰ ਆਪਣੇ ਮਾਲਕ ਹਾਬ ਦੇ ਪੁੱਤਰ ਨੂੰ ਕਤਲ ਕਰਨਾ ਅਤੇ ਇਸ ਤਰ੍ਹਾਂ ਮੈਂ ਈਜਬਲ ਤੋਂ ਉਸਦੇ ਕੀਤੇ ਦਾ 7 ਨਵੀਆਂ ਅਤੇ ਮੇਰੇ ਦੂਜੇ ਦਾਸਾਂ ਦੇ ਲਹੂ ਦਾ ਬਦਲਾ ਲਵਾਂਗਾ। ਮੈਂ ਹਾਬ ਦੇ ਟੱਬਰ ਦੇ ਵੰਸ਼ ਦਾ ਹਰ ਛੋਟਾ ਨਰ ਨਾਸ਼ ਕਰ ਦਿਆਂਗਾ ਤੇ ਉਹਨਾਂ ਨੂੰ ਮਾਰਾਂਗਾ। ਮੈਂ ਉਸਦੇ ਵੰਸ਼ ਦਾ ਹਾਲ ਇਜ਼ਰਾਈਲ ਦੇ ਰਾਜਿਆਂ ਯਾਰਾਬੁਆਮ ਅਤੇ ਬੋਆਸ਼ਾ ਵਾਲਾ ਕਰਾਂਗਾ। ਈਜਬਲ ਦੇ ਮਰਨ ਤੇ ਕੋਈ ਵੀ ਉਸ ਨੂੰ ਨਹੀਂ ਦਫਨਾਏਗਾ ਤੇ ਉਸਦੀ ਲਾਸ਼ ਨੂੰ ਇਜ਼ਰਾਈਲ ਵਿੱਚ ਕੁੱਤੇ ਖਾਣਗੇ। ਇਹ ਕਹਿ ਕੇ ਉਹ ਜਵਾਨ ਨਵੀ ਉੱਥੋਂ ਤੁਰੰਤ ਨੱਠ ਗਿਆ। ਜੇਹੂ ਇਸ ਦੇ ਪਿੱਛੋਂ ਵਾਪਸ ਆਪਣੇ ਸਾਥੀ ਅਫਸਰਾਂ ਕੋਲ ਗਿਆ ਤਾਂ ਉਹਨਾਂ ਉਸ ਤੋਂ ਪੁੱਛਿਆ, ਕੀ ਸਭ ਠੀਕ ਹੈ? ਇਹ ਪਾਗਲ ਤੈਨੂੰ ਕੀ ਕਹਿਣ ਆਇਆ ਸੀ? ਜੇਹੂ ਨੇ ਉੱਤਰ, ਕੀ ਤੁਸੀਂ ਉਸ ਨੂੰ ਅਤੇ ਉਸਦੇ ਸੰਦੇਸ਼ ਨੂੰ ਜਾਣਦੇ ਹੋ? ਉਹਨਾਂ ਨੇ ਉੱਤਰ ਦਿੱਤਾ, ਨਹੀਂ, ਅਸੀਂ ਕੁਝ ਨਹੀਂ ਜਾਣਦੇ, ਤੂੰ ਆਪ ਸਾਨੂੰ ਦੱਸ। ਜੇਹੂ ਨੇ ਕਿਹਾ, ਉਸਨੇ ਮੈਨੂੰ ਦੱਸਿਆ ਹੈ ਕਿ ਪ੍ਰਭੂ ਕਹਿੰਦਾ ਹੈ, ਮੈਂ ਤੇਰਾ ਇਜ਼ਰਾਈਲ ਦਾ ਰਾਜਾ ਹੋਣ ਦੇ ਲਈ ਅਭਿਸ਼ੇਕ ਕਰਦਾ ਹਾਂ। ਇਹ ਸੁਣਦੇ ਸਾਰ ਹੀ ਜੇਹੂ ਦੇ ਸਾਥੀ ਅਫਸਰਾਂ ਨੇ ਆਪਣੇ ਕੱਪੜੇ ਉਸਦੇ ਪੈਰਾਂ ਹੇਠ ਵਿਛਾ ਦਿੱਤੇ ਅਤੇ ਬਿਗਲ ਵਜਾ ਕੇ ਨਾਰਾ ਲਾਇਆ, ਜੇਹੂ ਰਾਜਾ ਹੈ। ਗਾਂ ਹੀ ਪੜ੍ਹਨਾ ਪਾਸਟਰ। ਯਾਰੋ ਇੱਥੇ ਤਾਂ ਇੰਨਾ ਪਹਿਲਾਂ ਦੇਖੋ, ਉਸ ਦੁਰਲੇ ਪਾਸੇ ਜੋ ਪ੍ਰਭੂ ਨੇ ਕਿਹਾ ਸੀਗਾ ਪਹਿਲਾਂ ਕਿ ਤੇਰੇ ਟੱਬਰ ਦਾ ਨਾਸ਼ ਹੋਏਗਾ। ਅਹਾਬ ਨੂੰ ਕਿਹਾ ਸੀ ਤੇਰੇ ਟੱਬਰ ਦਾ ਨਾਸ਼ ਹੋਏਗਾ। ਇਸ ਵੇਲੇ ਉਧਰਲੇ ਪਾਸੇ ਅਹਾਬ ਦਾ ਪੋਤਾ ਰਾਜ ਕਰਦਾ ਪਿਆ ਔਰ ਉਹ ਸਮਾਂ ਆ ਗਿਆ ਕਿ ਪ੍ਰਭੂ ਉਸਨੂੰ, ਅਹਾਬ ਦੀ ਪਤਨੀ ਨੂੰ ਔਰ ਇਜ਼ਬੇਲ ਨੂੰ, ਜੋ ਉਸਨੇ ਕੰਮ ਕੀਤਾ, ਉਹਨੇ ਸਾਰਿਆਂ ਦੀ ਸਜ਼ਾ ਦਾ, ਉਹ ਸਜ਼ਾ ਦਾ ਵੇਲਾ ਆ ਗਿਆ। ਪ੍ਰਭੂ ਨੇ ਇੰਨਾ ਸਮਾਂ ਉਹਨੂੰ ਰਿਪੈਂਟ ਕਰਨ ਦੇ ਲਈ ਦਿੱਤਾ, ਉਸਨੇ ਨਹੀਂ ਕੀਤਾ। ਲੇਕਿਨ ਹੁਣ ਸਮਾਂ ਆ ਗਿਆ ਕਿ ਪ੍ਰਭੂ ਉਸਦਾ ਨਾਸ਼ ਕਰੇ। ਔਰ ਸਾਨੂੰ ਕਿੱਦਾਂ ਪਤਾ ਲੱਗਦਾ ਕਿ ਪ੍ਰਭੂ ਦਾ ਕੰਮ? ਕਿਉਂਕਿ ਜਿਸ ਵੇਲੇ ਉਸਦਾ ਅਭਿਸ਼ੇਕ ਕੀਤਾ ਗਿਆ, ਉਹ ਬਾਹਰ ਗਿਆ। ਉਸਨੇ ਯਹੂ ਨੇ ਕਿਹਾ ਕਿ ਪ੍ਰਭੂ ਦਾ ਮੈਨੂੰ ਸੰਦੇਸ਼ ਸੀ ਕਿ ਮੈਂ ਰਾਜਾ ਬਣ ਜਾ। ਔਰ ਬਾਕੀ ਦੇ ਅਫਸਰਾਂ ਨੇ ਉਸੇ ਵੇਲੇ ਮੰਨ ਲਿਆ। ਬਾਕੀ ਦੇ ਅਫਸਰਾਂ ਨੇ ਉਸੇ ਵੇਲੇ ਉਸ ਨੂੰ ਆਪਣਾ ਰਾਜਾ ਮੰਨ ਲਿਆ। ਔਰ ਇਸ ਤਰ੍ਹਾਂ ਹੁਣ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਹਜ਼ੇਲ ਦਾ ਅੰਤ ਆਉਂਦਾ ਗਿਆ। ਸੋ ਆਓ ਅੱਗੇ ਵਧੀਏ। ਇਜ਼ਰਾਈਲ ਦੇ ਰਾਜੇ ਜੋਰਾਮ ਦਾ ਮਾਰੇ ਜਾਣਾ। ਤਦ ਯਹੋਸ਼ਾਫਾਟ ਦੇ ਪੁੱਤਰ ਜੇਹੂ ਨੇ ਇਜ਼ਰਾਈਲ ਦੇ ਰਾਜਾ ਜੋਰਾਮ ਦੇ ਵਿਰੁੱਧ ਬਿਉਂਤ ਬਣਾਈ। ਜੋਰਾਮ ਸਾਰੀ ਇਜ਼ਰਾਈਲੀ ਸੈਨਾ ਨਾਲ ਗਲਿਆਦ ਦੇ ਰਮੋਤ ਨਗਰ ਵੱਲ ਰਾਮ ਦੇ ਰਾਜਾ ਹਜ਼ਾਏਲ ਨਾਲ ਲੜਨ ਗਿਆ ਸੀ। ਇਸ ਲੜਾਈ ਵਿੱਚ ਰਾਜਾ ਜੋਰਾਮ ਹੱਥੋਂ ਜ਼ਖਮੀ ਹੋ ਗਿਆ ਸੀ ਤੇ ਉਹ ਹੁਣ ਇਜ਼ਰਾਈਲ ਨਗਰ ਵਿੱਚ ਆਪਣੇ ਜ਼ਖਮਾਂ ਦਾ ਇਲਾਜ ਕਰਵਾ ਰਿਹਾ ਸੀ। ਜੇਹੂ ਨੇ ਆਪਣੇ ਸਾਥੀ ਅਫਸਰਾਂ ਨੂੰ ਕਿਹਾ, ਜੇਕਰ ਤੁਸੀਂ ਸਭ ਮੇਰੇ ਨਾਲ ਹੋ ਤਾਂ ਤੁਸੀਂ ਕਿਸੇ ਨੂੰ ਇਜ਼ਰਾਈਲ ਨਗਰ ਨੂੰ ਜਾਣ ਨਾ ਦੇਣਾ, ਨਹੀਂ ਤਾਂ ਉੱਥੇ ਇਸ ਸਭ ਦੀ ਪਹਿਲਾਂ ਹੀ ਖਬਰ ਮਿਲ ਸਕਦੀ ਹੈ। ਜੇਹੂ ਆਪਣੇ ਰੱਥ ਉੱਤੇ ਬੈਠ ਕੇ ਇਜ਼ਰਾਈਲ ਨਗਰ ਨੂੰ ਗਿਆ, ਕਿਉਂਕਿ ਜੋਰਾਮ ਅਜੇ ਠੀਕ ਨਹੀਂ ਹੋਇਆ ਸੀ ਤੇ ਉਹ ਇਸ ਕਾਰਨ ਉੱਥੇ ਹੀ ਬਿਸਤਰੇ ਉੱਤੇ ਪਿਆ ਹੋਇਆ ਸੀ। ਉਸ ਵੇਲੇ ਯਹੂਦਾ ਦਾ ਰਾਜਾ ਹਜਿਆ ਉੱਥੇ ਹੀ ਸੀ। ਇਜ਼ਰਾਈਲ ਨਗਰ ਦੇ ਬਾਹਰਲੇ ਬੁਰਜ ਉੱਤੇ ਖੜੇ ਪਹਿਰੇਦਾਰ ਨੇ ਜੇਹੂ ਨੂੰ ਵੱਡੇ ਦਲ ਨਾਲ ਆਉਂਦਿਆਂ ਦੇਖਿਆ ਤਾਂ ਉਸਨੇ ਕਿਹਾ, ਮੈਂ ਇੱਕ ਵੱਡਾ ਦਲ ਇਸ ਪਾਸੇ ਆਉਂਦਾ ਦੇਖ ਰਿਹਾ ਹਾਂ। ਰਾਜਾ ਜੋਰਾਮ ਨੇ ਉੱਤਰ ਦਿੱਤਾ, ਇੱਕ ਘੋੜਸਵਾਰ ਨੂੰ ਅਗਲਵੰਡੀ ਕੱਲ ਕੇ ਉਹ ਪਤਾ ਕਰੇ ਕਿ ਮਿੱਤਰ ਹਨ ਜਾਂ ਬੈਰੀ।
ਜੋ ਇਸ ਪਾਸੇ ਆ ਰਹੇ ਹਨ। ਸੋ ਘੋੜਸਵਾਰ ਨੇ ਅਗਲਵੰਡੀ ਜਾ ਕੇ ਜੇਹੂ ਤੋਂ ਪੁੱਛਿਆ, ਰਾਜਾ ਜਾਣਨਾ ਚਾਹੁੰਦਾ ਹੈ ਕਿ ਤੂੰ ਸ਼ਾਂਤੀ ਨਾਲ ਆ ਰਿਹਾ ਹੈ ਜਾਂ ਨਹੀਂ। ਪਰ ਜੇਹੂ ਨੇ ਉੱਤਰ ਦਿੱਤਾ, ਤੇਰਾ ਸ਼ਾਂਤੀ ਨਾਲ ਕੀ ਵਾਸਤਾ ਹੈ, ਤੂੰ ਚੁੱਪਚਾਪ ਮੇਰੇ ਪਿੱਛੇ ਚੱਲ। ਤਦ ਬੁਰਜ ਉਤਲੇ ਪਹਿਰੇਦਾਰ ਨੇ ਦੱਸਿਆ ਕਿ ਘੋੜਸਵਾਰ ਉਸ ਦਲ ਕੋਲ ਪਹੁੰਚ ਤਾਂ ਗਿਆ ਹੈ ਪਰ ਵਾਪਸ ਨਹੀਂ ਮੁੜ ਰਿਹਾ ਹੈ। ਸੋ ਉਸਨੇ ਇੱਕ ਹੋਰ ਘੋੜਸਵਾਰ ਘੱਲਿਆ, ਜਿਸਨੇ ਜੇਹੂ ਕੋਲ ਪਹੁੰਚ ਕੇ ਉਸ ਤੋਂ ਪਹਿਲੇ ਘੋੜਸਵਾਰ ਵਾਲਾ ਸਵਾਲ ਹੀ ਪੁੱਛਿਆ। ਜੇਹੂ ਨੇ ਉਸਨੂੰ ਵੀ ਕਿਹਾ, ਤੇਰਾ ਸ਼ਾਂਤੀ ਨਾਲ ਕੀ ਵਾਸਤਾ ਹੈ, ਤੂੰ ਚੁੱਪਚਾਪ ਮੇਰੇ ਪਿੱਛੇ ਚੱਲ। ਪਹਿਰੇਦਾਰ ਨੇ ਇਸ ਵਾਰ ਦੱਸਿਆ ਕਿ ਘੋੜਸਵਾਰ ਦਲ ਕੋਲ ਪਹੁੰਚ ਤਾਂ ਗਿਆ ਹੈ ਪਰ ਵਾਪਸ ਨਹੀਂ ਆ ਰਿਹਾ ਹੈ। ਉਸਨੇ ਇਹ ਵੀ ਕਿਹਾ, ਇਸ ਆਉਣ ਵਾਲੇ ਦਲ ਦਾ ਆਗੂ ਇੱਕ ਪਾਗਲ ਦੇ ਵਾਂਗ ਰਥ ਚਲਾ ਰਿਹਾ ਹੈ, ਬਿਲਕੁਲ ਜੇਹੂ ਦੇ ਵਾਂਗ ਹੈ। ਤਦ ਜਰਾਮ ਨੇ ਆਗਿਆ ਦਿੱਤੀ, ਮੇਰਾ ਰਥ ਤਿਆਰ ਕੀਤਾ ਜਾਵੇ। ਸੋ ਰਾਜਾ ਦਾ ਰਥ ਤਿਆਰ ਕੀਤਾ ਗਿਆ ਤਾਂ ਰਾਜਾ ਜਰਾਮ ਅਤੇ ਯਹੂਦਾ ਦਾ ਰਾਜਾ ਹਜਾ ਆਪਣੇ ਰਥਾਂ ਵਿੱਚ ਬੈਠ ਕੇ ਜੇਹੂ ਨੂੰ ਮਿਲਣ ਗਏ। ਉਹ ਜੇਹੂ ਨੂੰ ਇਜ਼ਰਾਈਲ ਨਿਵਾਸੀ ਨਬੋਤ ਦੇ ਖੇਤ ਵਿੱਚ ਜਾ ਮਿਲੇ। ਰਾਜਾ ਜਰਾਮ ਨੇ ਜੇਹੂ ਤੋਂ ਪੁੱਛਿਆ ਕਿ ਤੂੰ ਸ਼ਾਂਤੀ ਨਾਲ ਤਾਂ ਆ ਰਿਹਾ ਹੈ। ਜੇਹੂ ਨੇ ਉੱਤਰ ਦਿੱਤਾ, ਉਸ ਸਮੇਂ ਤੱਕ ਇੱਥੇ ਸ਼ਾਂਤੀ ਨਹੀਂ ਹੋ ਸਕਦੀ ਜਦੋਂ ਤੱਕ ਤੇਰੀ ਮਾਂ ਈਜਵਲ ਦੇ ਵਿਚਾਰੀ ਕੰਮ ਅਤੇ ਜਾਦੂ ਟੂਣੇ ਇੱਥੇ ਹੁੰਦੇ ਰਹਿਣਗੇ। ਇਹ ਸੁਣਦੇ ਸਾਰ ਹੀ ਜਰਾਮ ਨੇ ਪੁਕਾਰ ਕੇ ਹਜਿਆ ਨੂੰ ਕਿਹਾ, ਇਹ ਸਭ ਧੋਖਾ ਹੈ, ਅਤੇ ਉਹ ਆਪਣਾ ਰਥ ਪਿਛਾਂਹ ਮੋੜ ਕੇ ਵਾਪਸ ਨੱਠਿਆ। ਪਰ ਜੇਹੂ ਨੇ ਪੂਰੇ ਜ਼ੋਰ ਨਾਲ ਆਪਣਾ ਤੀਰ ਕਮਾਨ ਖਿੱਚ ਕੇ ਜਰਾਮ ਦਾ ਨਿਸ਼ਾਨਾ ਲਿਆ ਤੇ ਉਸ ਨੂੰ ਤੀਰ ਮਾਰਿਆ। ਤੀਰ ਸਿੱਧਾ ਜਾ ਕੇ ਜਰਾਮ ਦੇ ਪਿਛਲੇ ਪਾਸੇ ਲੱਗਾ ਅਤੇ ਉਸ ਦੇ ਦਿਲ ਤੋਂ ਦੀ ਆਰ ਪਾਰ ਨਿਕਲ ਗਿਆ। ਜਰਾਮ ਉਸੇ ਘੜੀ ਆਪਣੇ ਰਥ ਵਿੱਚ ਡਿੱਗ ਕੇ ਮਰ ਗਿਆ। ਫਿਰ ਜੇਹੂ ਨੇ ਆਪਣੇ ਇੱਕ ਅਧਿਕਾਰੀ ਬਿਦਕਰ ਨੂੰ ਕਿਹਾ, ਜਰਾਮ ਦੀ ਲਾਸ਼ ਨੂੰ ਚੁੱਕ ਕੇ ਇਜ਼ਰਾਈਲ ਨਿਵਾਸੀ ਨਬੋਤ ਦੇ ਖੇਤ ਵਿੱਚ ਸੁੱਟ ਦੇ। ਤੈਨੂੰ ਜਾਣ ਪਏਗਾ, ਜਦੋਂ ਇੱਕ ਵਾਰ ਮੈਂ ਤੇ ਤੂੰ ਇਸ ਦੇ ਪਿਤਾ ਆਹਾਬ ਦੇ ਪਿੱਛੇ ਜਾ ਰਹੇ ਸਾਂ ਤਾਂ ਪ੍ਰਭੂ ਨੇ ਇਹ ਸ਼ਬਦ ਬੋਲੇ ਸਨ, ਮੈਂ ਨਬੋਤ ਅਤੇ ਉਸਦੇ ਪੁੱਤਰਾਂ ਦਾ ਕਤਲ ਹੁੰਦਾ ਦੇਖਿਆ ਹੈ, ਅਤੇ ਇਹ ਮੇਰੀ ਪ੍ਰਤਿਗਿਆ ਹੈ ਕਿ ਮੈਂ ਤੇਰੇ ਤੋਂ ਇਸ ਖੇਤ ਵਿੱਚ ਬਦਲਾ ਲਵਾਂਗਾ। ਇਸੇ ਲਈ ਇਸ ਦੀ ਲਾਸ਼ ਚੁੱਕ ਕੇ ਨਬੋਤ ਦੇ ਖੇਤ ਵਿੱਚ ਸੁੱਟ ਦੇ ਕਿ ਪ੍ਰਭੂ ਦੇ ਕਹੇ ਹੋਏ ਸ਼ਬਦ ਪੂਰੇ ਹੋਣ। ਸੋ ਦੇਖੋ ਅਸੀਂ ਵਚਨ ਚ ਕਿੱਦਾਂ ਦੇਖਦੇ ਪਏ, ਪਰ ਉਹ ਪ੍ਰਭੂ ਦੇ ਸਾਰੇ ਵਚਨ ਪੂਰੇ ਹੁੰਦੇ ਪਏ ਜੋ ਉਸਨੇ ਕਿਹਾ ਹੈ। ਪਰ ਉਹ ਮੁੜਨ ਦੇ ਲਈ ਹਰੇਕ ਨੂੰ ਟਾਈਮ ਜ਼ਰੂਰ ਦਿੰਦਾ ਹੈ। ਜੇ ਤੁਸੀਂ ਮੁੜ ਪਾਓ ਔਰ ਤੁਸੀਂ ਕਹੋਗੇ ਪ੍ਰਭੂ ਆਈ ਐਮ ਰੋਂਗ, ਔਰ ਕਹਿਣ ਚ ਕੋਈ ਹਰਜ ਨਹੀਂ। ਬੰਦਾ ਨਹੀਂ ਮਾਫ ਕਰਦਾ, ਪ੍ਰਭੂ ਕਰਦਾ। ਪ੍ਰਭੂ ਮਾਫ ਕਰਦਾ, ਪਰ ਇਹਨਾਂ ਚੋਂ ਕੋਈ ਨਹੀਂ ਹੋਇਆ। ਸੋ ਪ੍ਰਭੂ ਨੇ ਯੇਹੂ ਨੂੰ ਉਹ ਆਤਮਾ ਵੀ ਦਿੱਤਾ, ਰਾਜਾ ਦੇ ਵਿਰੁੱਧ ਜਾ ਰਿਹਾ, ਆਪਣੇ ਰਾਜਾ ਦੇ ਵਿਰੁੱਧ ਜਾ ਰਿਹਾ, ਔਰ ਆਪਣੇ ਰਾਜਾ ਨੂੰ ਜਾ ਕੇ ਉਹ ਕਹਿ ਰਿਹਾ ਕਿ ਪ੍ਰਭੂ ਦਾ ਇਹ ਹੁਕਮ। ਔਰ ਪ੍ਰਭੂ ਨੇ ਉਸਨੂੰ ਮਾਰਿਆ ਵੀ, ਔਰ ਉਸਨੂੰ ਉਸੇ ਹੀ ਖੇਤ ਵਿੱਚ ਸਟਾਇਆ ਜਿਹੜਾ ਨਬੂਤ ਦੇ ਕੋਲੋਂ ਉਸਨੇ ਧੋਖੇ ਦੇ ਨਾਲ ਲਿਆ ਸੀ, ਉਹਦੇ ਬਾਬੇ ਨੇ ਲਿਆ ਸੀ। ਇਹ ਕੰਮ ਪ੍ਰਭੂ ਦਾ। ਔਰ ਹੁਣ ਅਸੀਂ ਦੇਖਣਾ ਕਿ ਆਹਾਬ ਜਿਹੜਾ ਸੀਗਾ ਉਸਦੇ ਵੰਸ਼ ਦਾ ਯੇਹੂ ਨੇ ਸਫਾਇਆ ਕਰ। ਆਓ 10ਵੇਂ ਪਾਠ ਦੇ ਵਿੱਚ ਅਸੀਂ ਨਹੀਂ ਸੱਚ 30 ਮਾਫ ਕਰਨਾ 30 ਤੋਂ 37 ਤਾਈਂ ਆਪਾਂ ਦੇਖ ਆਪਾਂ 27 ਤੋਂ ਵੀ ਹੱਲ ਪੜਨਾ ਹੈ। ਹਾਂਜੀ, ਯਹੂਦਾ ਦੇ ਰਾਜਾ ਜਨ ਦਾ ਮਾਰ ਜਾਣਾ। ਹਾਂ ਯਾ ਗੋ ਅਹੈਡ। ਹਾਂਜੀ, ਸੋ ਜਦੋਂ ਯਹੂਦਾ ਦੇ ਰਾਜਾ ਹਜਿਆ ਨੇ ਇਹ ਹੁੰਦਾ ਦੇਖਿਆ ਤਾਂ ਉਹ ਬੈਤ ਹਗੋਨ ਨਗਰ ਦੇ ਵੱਲ ਨੱਠਾ। ਪਰ ਜੇਹੂ ਨੇ ਉਸ ਦਾ ਪਿੱਛਾ ਕੀਤਾ ਤੇ ਕਿਹਾ, ਇਸ ਨੂੰ ਵੀ ਵਹਿਣ ਦੇਵੋ। ਜੇਹੂ ਦੇ ਆਦਮੀਆਂ ਨੇ ਉਸ ਦਾ ਹੁਕਮ ਸੁਣਦਿਆਂ ਹੀ ਹਜਿਆ ਨੂੰ ਜ਼ਖਮੀ ਕਰ ਦਿੱਤਾ। ਪਰ ਉਹ ਗੂਰ ਦੇ ਰਾਹ ਜੋ ਬਿਲਾਮ ਦੇ ਨੇੜੇ ਹੈ ਅੱਗੇ ਵੱਧਦਾ ਗਿਆ ਅਤੇ ਮਿਗਦੋ ਨਗਰ ਵਿੱਚ ਪਹੁੰਚ ਗਿਆ, ਪਰ ਉਹ ਉੱਥੇ ਮਰ ਗਿਆ। ਤਦ ਰਾਜਾ ਹਜਿਆ ਦੇ ਅਧਿਕਾਰੀ ਉਸਦੀ ਲਾਸ਼ ਨੂੰ ਯਰੂਸ਼ਲਮ ਵਿੱਚ ਲੈ ਗਏ ਤੇ ਉਸਨੂੰ ਉੱਥੇ ਦਾਊਦ ਦੇ ਨਗਰ ਵਿੱਚ ਸ਼ਾਹੀ ਕਬਰ ਵਿੱਚ ਦਫਨਾ ਦਿੱਤਾ। ਹਜਿਆ ਆਹਾਬ ਦੇ ਪੁੱਤਰ
ਇਜ਼ਰਾਈਲ ਦੇ ਰਾਜਾ ਜੋਰਾਮ ਦੇ 11ਵੇਂ ਸਾਲ ਵਿੱਚ ਯਹੂਦਾ ਦਾ ਰਾਜਾ ਬਣਿਆ ਸੀ। ਬਣਿਆ ਸੀ। ਸੋ ਹੁਣ ਅਹਾਬ ਦਾ ਜਿਹੜਾ ਪੁੱਤਰ ਸੀਗਾ ਉਹ ਵੀ ਮਾਰਿਆ ਗਿਆ। ਜਿਹੜਾ ਦੂਸਰੇ ਪਾਸਿਓਂ ਜਿਹੜਾ ਥੱਲੜੇ ਪਾਸਿਓਂ ਜਿਹੜਾ ਯਹੂਦਾ ਦਾ ਜਿਹੜਾ ਰਾਜਾ ਉਹ ਵੀ ਮਾਰਿਆ ਗਿਆ। ਦੋ ਰਾਜੇ ਇੱਕ ਦਿਨ, ਦੋਨਾਂ ਪਾਸਿਆਂ ਦੇ ਰਾਜੇ ਇੱਕ ਦਿਨ ਕਤਲ ਹੋਏ। ਸਾਨੂੰ ਚੇਤਾ ਰੱਖਣਾ ਚਾਹੀਦਾ ਕਿ ਉਧਰਲੇ ਪਾਸੇ ਵੀ ਈਜ਼ਬਲ ਦੀ ਧੀ ਵਿਆਹ ਹੋਈ ਹੋ। ਸੋ ਇਹ ਇਧਰਲੇ ਪਾਸੇ ਵੀ ਟੱਬਰ ਬਣਦਾ। ਸੋ ਨਾਸ਼ शुरू हो गया और नाश का कारण बुत परस्ती। क्योंकि सानू प्रभु दे विच बड़ा बनन दी थां नहीं मिलती है। प्रभु दे वचन दे विच सानू अपने आप नू दास कहना पैंदा। उधर बाबे बन जाते, देवी देवते बन जाते। सो इस करके बुत परस्ती लोगों को चंगी लगती, जादू टोना चंगा लगता जिहड़े करन वाले, पर बाकियां नूं कुराहे पा रहे होंदे। सो ये उसकी सजा मिलती। प्रभु दे जिहड़े नबियां नूं कतल कीता है, ये उसकी भी सजा मिलती। सो आओ 30 आयत तो लैके 37 आयत तक। ਹਾਂਜੀ। ਈਜ਼ਬਲ ਰਾਣੀ ਦਾ ਮਾਰੇ ਜਾਣਾ। ਜਦੋਂ ਜੇਹੂ ਜਜ਼ਰਾਇਲ ਨਗਰ ਵਿੱਚ ਪਹੁੰਚਿਆ ਤਾਂ ਈਜ਼ਬਲ ਰਾਣੀ ਨੇ ਆਪਣੀਆਂ ਅੱਖਾਂ ਵਿੱਚ ਕੱਜਰ ਪਾਇਆ ਤੇ ਵਾਲ ਸਵਾਰੇ। ਫਿਰ ਉਹ ਜਾ ਕੇ ਮਹਿਲ ਦੀ ਖਿੜਕੀ ਵਿੱਚ ਖੜੀ ਹੋ ਕੇ ਹੇਠ ਦੇਖਣ ਲੱਗੀ। ਉਸਨੇ ਜੇਹੂ ਨੂੰ ਫਾਟਕ ਦੇ ਅੰਦਰ ਆਉਂਦਿਆਂ ਦੇਖ ਕੇ ਕਿਹਾ, ਹੇ ਜਿਮਰੀ, ਆਪਣੇ ਮਾਲਕ ਦੇ ਕਾਤਲ, ਕੀ ਤੂੰ ਸ਼ਾਂਤੀ ਨਾਲ ਆਇਆ ਹੈ? ਜੇਹੂ ਨੇ ਉੱਪਰ ਦੇਖਿਆ ਤੇ ਕਿਹਾ, ਮੇਰੇ ਵੱਲ ਕੌਣ ਹੈ? ਦੋਹਾਂ ਤਿੰਨਾਂ ਮਹਿਲ ਦੇ ਅਧਿਕਾਰੀਆਂ ਨੇ ਹੇਠ ਦੇਖਿਆ ਤਾਂ ਜੇਹੂ ਨੇ ਕਿਹਾ, ਇਸ ਨੂੰ ਹੇਠ ਸੁੱਟ ਦੇਵੋ। ਉਹਨਾਂ ਨੇ ਈਜ਼ਬਲ ਨੂੰ ਹੇਠ ਸੁੱਟ ਦਿੱਤਾ ਅਤੇ ਉਸਦੇ ਲਹੂ ਦੀਆਂ ਛਿੱਟਾਂ ਕੰਧਾਂ ਤੇ ਘੋੜਿਆਂ ਉੱਤੇ ਜਾ ਪਈਆਂ। ਤਾਂ ਜੇਹੂ ਨੇ ਆਪਣੇ ਰੱਥ ਤੇ ਘੋੜੇ ਉਸਦੀ ਲਾਸ਼ ਉੱਤੋਂ ਦੀ ਚਲਾਏ ਅਤੇ ਉਹ ਮਹਿਲ ਦੇ ਅੰਦਰ ਚਲਾ ਗਿਆ। ਉਸਨੇ ਮਹਿਲ ਦੇ ਅੰਦਰ ਖਾਧਾ ਪੀਤਾ। ਤਦ ਉਸਨੇ ਆਗਿਆ ਦਿੱਤੀ, ਇਸ ਸ਼ਰਾਬੀ ਔਰਤ ਨੂੰ ਲੈ ਜਾਵੋ ਤੇ ਦਫਨਾ ਦੇਵੋ। ਆਖਰ ਇਹ ਰਾਜਾ ਦੀ ਪੁੱਤਰੀ ਹੈ। ਪਰ ਜੋ ਆਦਮੀ ਉਸਨੂੰ ਦਫਨਾਉਣ ਗਏ ਸਨ, ਉਹਨਾਂ ਨੂੰ ਕੇਵਲ ਉਸਦੇ ਸਿਰ ਦੀ ਖੋਪੜੀ ਅਤੇ ਹੱਥਾਂ ਪੈਰਾਂ ਦੀਆਂ ਹੱਡੀਆਂ ਹੀ ਮਿਲੀਆਂ। ਉਹਨਾਂ ਆਦਮੀਆਂ ਨੇ ਵਾਪਸ ਆ ਕੇ ਜੇਹੂ ਨੂੰ ਇਹ ਸਭ ਦੱਸਿਆ ਤਾਂ ਉਸਨੇ ਕਿਹਾ, ਇਸ ਦੁਆਰਾ ਪ੍ਰਭੂ ਦਾ ਬਚਨ ਪੂਰਾ ਹੋਇਆ ਹੈ, ਜੋ ਉਸਨੇ ਤਿਸ਼ਬ ਨਿਵਾਸੀ ਆਪਣੇ ਦਾਸ ਏਲੀਆ ਦੇ ਦੁਆਰਾ ਕਿਹਾ ਸੀ ਕਿ ਕੁੱਤੇ ਈਜ਼ਬਲ ਦਾ ਮਾਸ ਇਜ਼ਰਾਈਲ ਦੀ ਧਰਤੀ ਉੱਤੇ ਖਾਣਗੇ। ਉਸਦੀ ਬਾਕੀ ਬਚੀ ਲਾਸ਼ ਕੂੜੇ ਵਾਂਗ ਦਿਸੇਗੀ ਤਾਂ ਜੋ ਕੋਈ ਕਹਿ ਨਾ ਸਕੇ ਕਿ ਇਹ ਈਜ਼ਬਲ ਹੈ। ਸੋ ਜੋ ਉਸਨੂੰ ਕਿਹਾ ਗਿਆ ਸੀ ਉਹ ਵੀ ਪੂਰਾ ਹੋਇਆ। ਇਹ ਸਰਾਫ ਉਸਨੂੰ ਜਿਹੜਾ ਮਿਲਿਆ ਸੀਗਾ, ਇਹ ਅਲਾਜਾ ਵੱਲੋਂ ਮਿਲਿਆ ਸੀ। ਅਲਾਜਾ ਨੇ ਇਹ ਕਿਹਾ ਸੀ, ਤੈਨੂੰ ਕੁੱਤੇ ਖਾਣਗੇ ਜੋ ਤੂੰ ਕੀਤਾ, ਇਸ ਦਾ ਤੈਨੂੰ ਸਜ਼ਾ ਤੈਨੂੰ ਮਿਲੇਗੀ। ਸੋ ਅਸੀਂ ਇਸੇ ਦੇਖਦੇ ਪਏ ਹਾਂ ਕਿ ਪ੍ਰਭੂ ਨੇ ਯੇਹੂ ਨੂੰ ਉਹਨਾਂ ਵਿੱਚੋਂ ਹੀ ਕਿਸੇ ਇੱਕ ਨੂੰ ਖੜਾ ਕੀਤਾ ਔਰ ਫਿਰ ਉਸਨੇ ਤੁਸੀਂ ਦੇਖੋ ਕਿੰਨੀ ਜਲਦੀ ਲੋਕ ਆਪਣੀਆਂ okay 5 minutes so ਅਸੀਂ ਦੇਖਦੇ ਪਏ ਹਾਂ। ਇੱਕ ਮਿੰਟ ਜਰਾ ਤੁਸੀਂ ਵੇਟ ਕਰੋਗੇ, ਮੇਰੇ ਪ੍ਰੈਸ਼ਰ ਵਾਸ਼ਰ ਘਰ ਕੀਤਾ, ਮੈਂ ਉਹਨੂੰ ਪੈਸੇ ਦੇਣੇ ਹੈ ਨਾ। ਇੱਕ ਮਿੰਟ ਹੋਲਡ ਕਰ।